Hello friends, welcome to my channel Advanced Coaching for Nurses. This is Mandeep ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰੂੰਗੀ NNAS ਐਪਲੀਕੇਸ਼ਨ ਦੇ ਬਾਰੇ। ਟੌਪਿਕ ਜੋ ਕਿ ਅੱਜ ਮੈਂ ਤੁਹਾਡੇ ਨਾਲ ਕਵਰ ਕਰੂੰਗੀ ਉਹ ਹਨ what is NNAS, why it is required, ਕੀ ਸਟੈਪਸ ਇਹਨਾਂ ਨੂੰ ਅਪਲਾਈ ਕਰਨ ਲਈ ਕੀ ਡਾਕੂਮੈਂਟਸ ਚਾਹੀਦੇ ਆ, ਕਿੰਨਾ ਟਾਈਮ ਲੈਂਦੀ ਹੈ NNAS and how much it cost। ਸੋ ਇਹ ਸਭ ਗੱਲਾਂ ਮੈਂ ਅੱਜ ਤੁਹਾਡੇ ਨਾਲ ਇਸ ਪ੍ਰੈਜੈਂਟੇਸ਼ਨ ਦੇ ਵਿੱਚ ਕਰੂੰਗੀ। Let me tell you about NNAS first। NNAS ਕੀ ਆ? NNAS ਇੱਕ ਆਰਗੇਨਾਈਜੇਸ਼ਨ ਆ ਜੋ ਕਿ ਸਾਡੇ ਡਾਕੂਮੈਂਟਸ ਦੀ ਇਵੈਲੂਏਸ਼ਨ ਕਰਦੀ ਆ। ਜਿੰਨੀਆਂ ਵੀ ਇੰਟਰਨੈਸ਼ਨਲ ਨਰਸਿਸ ਆ ਜੋ ਕੈਨੇਡਾ ਦੇ ਵਿੱਚ ਆ ਕੇ ਐਜ਼ ਅ ਰਜਿਸਟਰਡ ਨਰਸ ਔਰ ਰਜਿਸਟਰਡ ਪ੍ਰੈਕਟੀਕਲ ਨਰਸ ਦੇ ਤੌਰ ਤੇ ਕੰਮ ਕਰਨਾ ਚਾਹੁੰਦੀਆਂ ਆ, ਉਹਨਾਂ ਨੂੰ ਆਪਣੇ ਡਾਕੂਮੈਂਟਸ NNAS ਨੂੰ ਭੇਜਣੇ ਪੈਂਦੇ ਆ। ਸੋ NNAS ਕੀ ਕਰਦੀ ਆ? ਸਾਰੇ ਡਾਕੂਮੈਂਟਸ ਨੂੰ ਕਲੈਕਟ ਕਰਦੀ ਆ, ਅਸੈਸ ਕਰਦੀ ਆ, ਇਵੈਲੂਏਟ ਕਰਦੀ ਆ, ਕੰਪੇਅਰ ਕਰਦੀ ਆ ਵਿਦ ਕੈਨੇਡੀਅਨ ਨਰਸਿੰਗ ਸਟੱਡੀਜ਼। ਸੋ NNAS ਇਵੈਲੂਏਸ਼ਨ ਤੋਂ ਬਾਅਦ ਇੱਕ ਰਿਪੋਰਟ ਜਨਰੇਟ ਕਰਦੀ ਆ ਜੋ ਕਿ ਸ਼ੋ ਕਰਦੀ ਹੈ ਕਿ ਸਾਡੀ ਸਟੱਡੀ ਤੇ ਕੈਨੇਡੀਅਨ ਸਟੱਡੀ ਕਿੰਨੇ % ਮੈਚ ਕਰਦੀ ਆ। ਸੋ ਆਫਟਰ ਜਨਰੇਟਿੰਗ ਦੈਟ ਰਿਪੋਰਟ ਇਟ ਗੋਜ਼ ਟੂ ਦਾ ਸਟੇਟ ਬੋਰਡ ਜਾਂ ਨਰਸਿੰਗ ਬੋਰਡ। ਸੋ ਜਿੱਥੇ ਤੁਸੀਂ ਐਜ਼ ਅ ਨਰਸ ਕੰਮ ਕਰਨਾ ਚਾਹੁੰਦੇ ਆ ਜਿਹੜੇ ਸਟੇਟ ਦੇ ਵਿੱਚ, ਉਸ ਸਟੇਟ ਕੋਲ ਫਿਰ ਉਹ ਰਿਪੋਰਟ ਜਾਂਦੀ ਆ। ਹੁਣ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਅਬਾਊਟ ਦਾ ਸਟੈਪਸ ਟੂ ਅਪਲਾਈ। ਕਿਹੜੇ ਸਟੈਪਸ ਆ ਫॉर ਦਾ ਐਪਲੀਕੇਸ਼ਨ। ਸਭ ਤੋਂ ਪਹਿਲਾ ਸਟੈਪ ਹੈਗਾ ਆ ਕਿ ਤੁਸੀਂ nnas.ca ਤੇ ਜਾ ਕੇ ਆਪਣਾ ਅਕਾਊਂਟ ਸੈਟਅਪ ਕਰਨਾ ਹੈ। ਅਕਾਊਂਟ ਸੈਟਅਪ ਕਰਨ ਵਾਸਤੇ ਤੁਹਾਨੂੰ ਈਮੇਲ ਚਾਹੀਦੀ ਹੈ ਤੇ ਮੇਕ ਸ਼ੋਰ ਜਿਹੜੀ ਤੁਸੀਂ ਈਮੇਲ ਯੂਜ਼ ਕਰਦੇ ਪਏ ਆ ਯੂ ਆਰ ਚੈਕਿੰਗ ਦੈਟ ਈਮੇਲ ਫ੍ਰੀਕੁਐਂਟਲੀ। ਇਟ ਇਜ਼ ਆਲਵੇਜ਼ ਓਪਨ ਇਨ ਯੂਰ ਫੋਨ ਤਾਂ ਕਿ ਤੁਸੀਂ ਕੋਈ ਵੀ ਈਮੇਲ ਔਰ ਅਪਡੇਟ ਫਰੋਮ ਦਾ NNAS ਮਿਸ ਨਾ ਕਰ ਸਕੋ। ਜਦੋਂ ਤੁਹਾਡਾ NNAS ਅਕਾਊਂਟ ਸੈਟਅਪ ਹੋ ਗਿਆ ਤਾਂ ਤੁਸੀਂ ਆਪਣੀ ਪਰਸਨਲ ਡਿਟੇਲਸ ਭਰ ਕੇ ਮੇਨ ਐਪਲੀਕੇਸ਼ਨ ਸਟਾਰਟ ਕਰਨੀ ਆ। ਫॉर ਮੇਨ ਐਪਲੀਕੇਸ਼ਨ ਯੂ ਕੈਨ ਚੂਜ਼ ਈਦਰ RN ਔਰ LPN। RN registered nurse है, LPN licensed practical nurse है, but make sure you don't choose RPN। RPN की है registered psychiatric nurse जो कि ਆਪਾਂ नहीं apply ਕਰਦੇ। So you have to choose one of them, either RN or LPN। ਜਦੋਂ group choose ਹੋ ਗਿਆ you have to choose province as well। province ਕੀ ਹੈ? ਜਿਹੜੀ state ਹੈ ਜਿੱਥੇ ਤੁਸੀਂ ਜਾ ਕੇ as a nurse ਕੰਮ ਕਰਨਾ ਆ। So ਜਿਹੜੀ ਵੀ state ਤੁਸੀਂ choose ਕੀਤੀ ਆ to become nurse ਉਹ province ਤੁਸੀਂ choose ਕਰਨੀ ਆ। So if you are coming to Ontario then you are choosing province Ontario। So once ਤੁਹਾਡੀ main application start ਹੋਗੀ then you have to complete the forms। ਜਦੋਂ ਤੁਸੀਂ main application start ਕਰ ਦਿੰਦੇ ਆ ਉਸ ਤੋਂ ਬਾਅਦ forms online forms ਹੁੰਦੇ ਆ ਜੋ ਕਿ ਹੁੰਦੇ ਤੁਹਾਡੇ education ਦੇ regarding, registration ਦੇ regarding, employment ਦੇ regarding। ਤੁਹਾਨੂੰ ਆਪਣੀ information ਉਹਨਾਂ forms ਦੇ ਵਿੱਚ fill ਕਰਨੀ ਆ। like education ਦੇ ਵਿੱਚ ਆਊਗਾ ਕਿ ਤੁਸੀਂ ਕਿਹੜੇ college ਤੋਂ ਪੜ੍ਹੇ ਆ, ਕਿੰਨੇ ਸਾਲ ਦੀ ਤੁਹਾਡੀ ਸਟੱਡੀ ਸੀਗੀ, ਕਿਹੜੇ ਈਅਰ ਤੁਸੀਂ ਸਟਾਰਟ ਕੀਤਾ, ਕਿਹੜੇ ਈਅਰ ਤੁਸੀਂ ਐਂਡ ਕੀਤਾ, ਰਾਈਟ। ਤੁਹਾਡੀ ਸਟੱਡੀ ਕਿਹੜੀ ਲੈਂਗੁਏਜ ਸੀਗੀ। ਸੋ ਇਹ ਸਭ ਚੀਜ਼ਾਂ ਜਿਹੜੀਆਂ ਤੁਹਾਡੀ ਐਜੂਕੇਸ਼ਨ 'ਚ ਆਉਗੀਆਂ। ਦੈਨ ਰਜਿਸਟ੍ਰੇਸ਼ਨ ਦੇ ਵਿੱਚ ਲਾਈਕ ਪੰਜਾਬ ਦੇ ਸਟੂਡੈਂਟਸ ਆ ਜਾਂ ਪੰਜਾਬ ਦੀਆਂ ਨਰਸਿਸ ਆ ਦੇ ਆਰ ਰਜਿਸਟਰਡ ਅੰਡਰ PNRC। ਸੋ PNRC ਦੀ ਇਨਫੋਰਮੇਸ਼ਨ ਕਿ ਤੁਸੀਂ ਕਿਹੜੇ ਈਅਰ 'ਚ ਰਜਿਸਟਰ ਹੋਏ, ਕੀ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਆ, ਕਿਹੜੇ ਕਾਲਜ ਦੇ ਥਰੂ ਤੁਸੀਂ ਰਜਿਸਟਰ ਹੋਏ। ਸੋ ਉਹ ਸਭ ਚੀਜ਼ਾਂ ਜਿਹੜੀਆਂ ਕੀ ਆ ਰਜਿਸਟ੍ਰੇਸ਼ਨ ਦੇ ਵਿੱਚ ਆਉਗੀਆਂ। ਦੈਨ ਕਮਸ ਟੂ ਦਾ ਇੰਪਲੋਇਮੈਂਟ। ਇੰਪਲੋਇਮੈਂਟ ਦੇ ਵਿੱਚ ਕੀ ਆਉਂਦਾ ਕਿ some nurses who work as a nurse in India ਉਹਨਾਂ ਨੂੰ ਕੀ ਆਪਣੀ employment history ਦੇਣੀ ਪੈਂਦੀ ਆ। ਸੋ ਜਿਹੜੇ ਵੀ hospital 'ਚ ਤੁਸੀਂ ਕੰਮ ਕੀਤਾ ਜਾਂ nursing center 'ਚ ਕੰਮ ਕੀਤਾ ਹੈਗਾ ਜਾਂ ਕਿਸੇ ਡਾਕਟਰ ਦੇ ਅੰਡਰ ਕੰਮ ਕੀਤਾ ਹੈਗਾ so you have to give that employment information to NNAS। so all that information NNAS will collect। ਜਦੋਂ ਇਹ ਸਾਰੀ information ਤੁਹਾਡੀ complete ਹੋ ਗਈ, online forms fill ਹੋ ਗਏ then you have to pay the fee। so ਮੇਨ ਐਪਲੀਕੇਸ਼ਨ ਦੀ ਫੀਸ ਹੈਗੀ ਹੈ $650। ਸੋ ਤੁਹਾਡੇ $650 ਜਿਹੜੇ ਕੀ ਆ ਮੇਨ ਐਪਲੀਕੇਸ਼ਨ ਤੇ ਲੱਗਣੇ ਆ। ਜਦੋਂ ਤੁਹਾਡੀ ਫੀਸ ਡਨ ਹੋਈ ਯੂ ਡਿਡ ਯੂਰ ਪੇਮੈਂਟ ਦੈਨ ਨਿਊ ਫਾਰਮਸ ਜਨਰੇਟ ਹੋ ਗਏ। ਉਹ ਫਾਰਮਸ ਜਿਹੜੇ ਕੀ ਆ ਅਗੇਨ ਐਜੂਕੇਸ਼ਨ, ਰਜਿਸਟ੍ਰੇਸ਼ਨ, ਇੰਪਲੋਇਮੈਂਟ ਦੇ ਰਿਲੇਟਡ ਹੋ ਗਏ ਬਟ ਉਹ ਫਾਰਮਸ ਜਿਹੜੇ ਹੋਗੇ ਤੁਹਾਡੇ ਐਜੂਕੇਸ਼ਨ ਸੈਂਟਰ, ਰਜਿਸਟ੍ਰੇਸ਼ਨ ਆਫਿਸ ਤੇ ਇੰਪਲੋਇਮੈਂਟ ਸੈਂਟਰ ਉਹ ਫਿਲ ਕਰੋਗੇ। ਜਦੋਂ ਤੁਹਾਡੇ ਫਾਰਮਸ ਜਨਰੇਟ ਹੋ ਗਏ ਉਹਨਾਂ ਫਾਰਮਸ ਨੂੰ ਤੁਸੀਂ ਪ੍ਰਿੰਟ ਕਰਨਾ ਆ, ਸਾਈਨ ਕਰਨਾ ਤੇ ਸਬਮਿਟ ਕਰਨਾ ਆਪਣੇ ਕੋਰਸਪੋਂਡਿੰਗ ਆਰਗੇਨਾਈਜੇਸ਼ਨਸ ਤੇ ਕੋਰਸਪੋਂਡਿੰਗ ਆਰਗੇਨਾਈਜੇਸ਼ਨਸ ਕਿਹੜੀਆਂ? ਤੁਹਾਡਾ ਕਾਲਜ, ਰਜਿਸਟ੍ਰੇਸ਼ਨ ਆਫਿਸ ਤੇ ਤੁਹਾਡਾ ਇੰਪਲੋਇਰ। ਸੋ ਉਹਨਾਂ ਦੇ ਕੋਲ ਜਾ ਕੇ ਤੁਸੀਂ ਆਪਦੇ ਫਾਰਮ ਸਬਮਿਟ ਕਰਨੇ ਆ ਤੇ ਉਹਨਾਂ ਨੂੰ ਰਿਕੁਐਸਟ ਕਰਨੀ ਹੈ ਟੂ ਕੰਪਲੀਟ ਦੋਜ਼ ਫਾਰਮਸ ਐਂਡ ਸੈਂਡ ਬੈਕ ਟੂ ਦਾ NNAS। ਬਟ ਮੇਕ ਸ਼ੋਰ ਜਦੋਂ ਉਹ NNAS ਨੂੰ ਫਾਰਮ ਫਿਲ ਕਰਕੇ ਵਾਪਸ ਭੇਜਣ ਇਹ ਪ੍ਰੋਪਰਲੀ ਸੀਲਡ ਐਂਡ ਸਟੈਂਪਡ ਇਨਵਲਵ ਹੋਣੇ ਚਾਹੀਦੇ ਆ। ਜੇ ਇਹ ਪ੍ਰੋਪਰਲੀ ਸੀਲਡ ਐਂਡ ਸਟੈਂਪਡ ਇਨਵਲਵ ਨਾ ਹੋਏ ਤਾਂ NNAS ਨੇ ਉਹ ਫਾਰਮਸ ਅਸੈਪਟ ਨਹੀਂ ਕਰਨੇ ਤੇ ਤੁਹਾਨੂੰ ਦੁਬਾਰਾ ਫਾਰਮਸ ਭੇਜਣੇ ਪੈ ਸਕਦੇ ਆ ਜਿਸ ਵਿੱਚ ਤੁਹਾਡਾ ਟਾਈਮ ਲਾਈਕ ਡਿਲੇ ਹੋ ਸਕਦੀ ਐਪਲੀਕੇਸ਼ਨ।
ਮੀਨਵਾਈਲ ਜਿੰਨਾ ਟਾਈਮ ਤੁਹਾਡੇ ਫਾਰਮਸ ਜਿਹੜੇ ਆ ਫਿਲ ਹੋ ਕੇ ਵਾਪਸ ਜਾਂਦੇ ਆ, ਡਿਊਰਿੰਗ ਦੈਟ ਟਾਈਮ ਤੁਸੀਂ ਕੀ ਕਰ ਸਕਦੇ ਆ, ਆਪਣੇ ਅਦਰ ਰਿਕੁਆਇਰਮੈਂਟਸ ਨੂੰ ਮੀਟ ਕਰ ਸਕਦੇ ਆ, ਜਿਹਦੇ ਵਿੱਚ ਕੀ ਆਉਂਦਾ ਪ੍ਰੂਫ ਆਫ ਆਈਡੈਂਟੀਟੀ ਐਂਡ ਲੈਂਗੁਏਜ ਪ੍ਰੋਫੀਸ਼ੀਐਂਸੀ। ਸੋ ਫॉर ਪ੍ਰੂਫ ਆਫ ਆਈਡੈਂਟੀਟੀ ਤੁਹਾਡੀ ਕੋਈ ਵੀ ਗਵਰਨਮੈਂਟ ਇਸ਼ੂ ਆਈਡੀ ਆ ਲਾਈਕ ਯੂਰ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਉਹਨਾਂ ਨੂੰ ਤੁਸੀਂ ਨੋਟਰਾਈਜ਼ ਕਰਵਾ ਕੇ ਤੇ ਐਨਐਨਐਸ ਨੂੰ ਭੇਜਣਾ ਆ। ਐਂਡ ਫॉर ਲੈਂਗੁਏਜ ਪ੍ਰੋਫੀਸ਼ੀਐਂਸੀ ਤੁਹਾਨੂੰ ਕੀ ਆ ਆਇਲਸ ਐਂਡ ਸੈਲਬਨ ਕਰਨੀ ਆ। ਸੋ ਆਇਲਸ ਦੇ ਵਿੱਚ ਮਿਨੀਮਮ ਰਿਕੁਆਇਰਮੈਂਟ ਜੋ ਕਿ ਹੈ ਸਪੀਕਿੰਗ 'ਚ 7, ਲਿਸਨਿੰਗ 7.5, ਰੀਡਿੰਗ 'ਚ 6.5, ਰਾਈਟਿੰਗ 'ਚ 7 ਤੇ ਓਵਰਆਲ 7 ਇਨ ਐਕੈਡੈਮਿਕ। ਸੋ ਤੁਹਾਨੂੰ ਆਇਲਸ ਦੇ ਵਿੱਚ ਇਹ ਮਿਨੀਮਮ ਰਿਕੁਆਇਰਮੈਂਟ ਮੀਟ ਕਰਨੀ ਆ। ਫॉर ਸੈਲਬਨ देयर इज स्पीकिंग 8, लिसनिंग 10, रीडिंग 8, writing 7 academic ਦੇ ਵਿੱਚ। so this is what the language proficiency। if you are in applying to Ontario, ਤੁਸੀਂ Ontario ਲਈ ਅਪਲਾਈ ਕਰਦੇ ਪਏ ਆ ਤਾਂ ਤੁਹਾਨੂੰ ਉਹਦੇ ਵਾਸਤੇ ਲੈਂਗੁਏਜ ਜਿਹੜੀ ਕੀ ਆ ਤੁਸੀਂ ਆਫਟਰ ਦਾ NNS ਪ੍ਰੋਸੈਸ ਵੀ ਸਬਮਿਟ ਕਰ ਸਕਦੇ ਆ, ਬਟ if you are applying only in Ontario। ਜਦੋਂ ਤੁਹਾਡੇ ਸਾਰੇ ਡਾਕੂਮੈਂਟਸ NNS ਸਬਮਿਟ ਹੋ ਗਏ ਤਾਂ NNS ਉਹਨਾਂ ਸਾਰੇ ਡਾਕੂਮੈਂਟਸ ਨੂੰ ਵੈਰੀਫਾਈ ਕਰਕੇ ਇਵੈਲੂਏਟ ਕਰੂਗਾ। once the evaluation is done, ਐਡਵਾਈਜ਼ਰੀ ਰਿਪੋਰਟ ਤਿਆਰ ਹੋਊਗੀ। ਉਹ ਐਡਵਾਈਜ਼ਰੀ ਰਿਪੋਰਟ ਜੋ ਕਿ NNS ਤੁਹਾਡੀ ਪ੍ਰੋਵਿੰਸ ਨੂੰ ਜਿੱਥੇ ਤੁਸੀਂ ਅਪਲਾਈ ਕੀਤਾ ਉੱਥੇ ਸਬਮਿਟ ਹੋਊਗੀ ਤੇ ਇੱਕ ਕਾਪੀ ਤੁਹਾਨੂੰ ਮਿਲੂਗੀ। ਤੁਹਾਨੂੰ ਇੱਕ ਈਮੇਲ ਮਿਲੂਗੀ NNS ਦੇ ਥਰੂ ਜਿਹਦੇ ਵਿੱਚ ਦੱਸਿਆ ਹੋਊਗਾ ਕਿ ਤੁਹਾਡੀ ਐਡਵਾਈਜ਼ਰੀ ਰਿਪੋਰਟ ਰੈਡੀ ਹੋ ਗਈ ਆ ਐਂਡ ਇਟ ਇਜ਼ ਸਬਮਿਟਡ ਟੂ ਯੂਰ ਪ੍ਰੋਵਿੰਸ ਵੇਅਰ ਯੂ ਅਪਲਾਈਡ। ਸੋ ਜਦੋਂ ਤੁਹਾਨੂੰ ਈਮੇਲ ਮਿਲ ਗਈ ਤੁਸੀਂ ਆਪਣਾ ਅਕਾਊਂਟ ਓਪਨ ਕਰਨਾ NNS ਦਾ ਜਾ ਕੇ, ਉੱਥੇ ਤੁਹਾਡੀ ਐਡਵਾਈਜ਼ਰੀ ਰਿਪੋਰਟ ਤੇ ਇੱਕ ਤੁਹਾਡਾ ਲਿੰਕ ਪਿਆ ਹੋਊਗਾ ਫॉर ਦਾ ਰੈਗੂਲੇਟਰੀ ਬਾਡੀ। ਸੋ ਉਸ ਲਿੰਕ ਤੇ ਜਾ ਕੇ ਤੁਸੀਂ ਆਪਣਾ ਅਕਾਊਂਟ ਸੈਟਅਪ ਕਰਨਾ with your regulatory body and start your application with the regulatory body। so ਇੱਥੇ ਤੁਹਾਡਾ NNS ਦਾ ਪ੍ਰੋਸੀਜਰ ਖਤਮ ਹੋ ਜਾਂਦਾ ਹੈ। and for all this process NNS ਕੀ 12 months ਲੈਂਦਾ ਹੈ। so you have 12 months time to submit all the documents and get your advisory report। so ਜਦੋਂ ਤੁਹਾਡਾ NNS ਦਾ ਪ੍ਰੋਸੈਸ ਖਤਮ ਹੋ ਜਾਂਦਾ ਹੈ ਤੇ ਤੁਹਾਡੀ ਐਡਵਾਈਜ਼ਰੀ ਰਿਪੋਰਟ ਜਿਹੜੀ ਕਿ ਰੈਗੂਲੇਟਰੀ ਬਾਡੀ ਕੋਲ ਪਹੁੰਚ ਜਾਂਦੀ ਆ, then you start the application with the regulatory body। so regulatory body ਦੇ ਨਾਲ ਤੁਸੀਂ ਆਪਦਾ ਅਕਾਊਂਟ ਸੈਟਅਪ ਕਰਦੇ ਆ ਤੇ ਆਪਣੀ ਫੀਸ ਪੇ ਕਰਦੇ ਆ ਫॉर ਦਾ ਗਰੁੱਪ ਯੂ ਚੂਜ਼ RN or LPN। ਆਫਟਰ ਪੇਇੰਗ ਦਾ ਫੀ ਤੁਹਾਡਾ ਕੀ ਆ ਐਪਲੀਕੇਸ਼ਨ ਸਟਾਰਟ ਹੋ ਜਾਂਦੀ ਹੈ ਵਿਦ ਦਾ ਰੈਗੂਲੇਟਰੀ ਬਾਡੀ। ਸੋ ਰੈਗੂਲੇਟਰੀ ਬਾਡੀ ਦੈਨ ਰੀਵੈਲੂਏਟ ਯੂਰ ਐਡਵਾਈਜ਼ਰੀ ਰਿਪੋਰਟ ਤੇ ਤੁਹਾਨੂੰ ਐਲੀਜੀਬਿਲਿਟੀ ਦਿੰਦੀ ਹੈ ਐਸ ਪਰ ਯੂਰ ਐਡਵਾਈਜ਼ਰੀ ਰਿਪੋਰਟ ਟੂ ਰਾਈਟ RN or LPN ਐਗਜ਼ਾਮ। ਤੇ ਰੈਗੂਲੇਟਰੀ ਇਟਸੈਲਫ ਟੇਕ 3 to 18 months to complete this procedure। I'm sure this video will help you to start your NNS application। But still, if you need any more help or guidance or you want to start your NNS application with us, please contact us at coachingfornurses@gmail.com, or please like and share this video and subscribe to my channel Advanced Coaching for Nurses। Moreover, you can follow us on Facebook page Advanced Coaching for Nurses। Thank you